ਹੁਣ ਪ੍ਰਧਾਨ ਮੰਤਰੀ ਦੇ ਨਾ ਕਿਸੇ ਮੈਂਬਰ ਪਾਰਲੀਮੈਂਟ ਨਾਲ ਗੱਲ ਕਰੇ, ਨਾ ਕਿਸੇ ਮੰਤਰੀ ਮੰਡਲ ਨਾਲ ਗੱਲ ਕਰੇ, ਨਾ ਕਿਸੇ ਕਾਨੂੰਨ ਦੀ ਪਰਵਾਹ ਕਰੇ। ਉਹ ਕਰਦਾ ਸਿਰਫ ਮਨ ਕੀ ਬਾਤ। ਸੰਸਾਰ ਦੇ ਲੋਕ ਜਿਹੜੇ ਨੇ ਉਹਨਾਂ ਦੀਆਂ ਨਿਗਾਹਾਂ ਇੱਥੇ ਲੱਗੀਆਂ ਹੋਈਆਂ। ਉਹ ਜਿਹੜੀ ਪ੍ਰਾਈਵੇਟ ਮੰਡੀ ਹੈ ਉਹ 'ਚ ਨਾ ਕੋਈ ਲਾਇਸੈਂਸ ਬਣਾਉਣਾ ਪਏ, ਨਾ ਕੋਈ ਟੈਕਸ ਦੇਣਾ ਪਏ, ਨਾ ਕੋਈ ਕਮਿਸ਼ਨ ਦੇਣਾ ਪਏ। ਸਰਕਾਰ ਕਿਹਦੀ ਆ? ਉਹ ਵਪਾਰੀ ਵਰਗ ਦੀ, ਪੈਸੇਦਾਰ, ਇਹਨਾਂ ਦੀਆਂ ਜੇਬਾਂ ਚੋਂ ਨਿਕਲਣ ਵਾਲੇ ਉਹਨਾਂ ਲੋਕਾਂ ਦੀ। ਜ਼ਮੀਨ ਵੇਚਤੀ ਉਹਨੇ, ਆਪਣੀ ਮਾਂ ਵੇਚਤੀ, ਤੇ ਮਾਂ ਦੇ ਬਾਰੇ ਕੋਈ ਅਪ ਸ਼ਬਦ ਸੁਣ ਸਕਦਾ? ਕੋਈ ਨਹੀਂ ਸੁਣ ਸਕਦਾ। ਪਰ ਇਹ ਗੱਲ ਅਸੀਂ ਉਹਨਾਂ ਨੂੰ ਠੋਕ ਵਜਾ ਕੇ ਅੱਜ ਕਹਿ ਦਿੱਤੀ ਹੈ ਵੀ ਜੇ ਕਿਸੇ ਕਿਸਮ ਦੀ ਤੁਸੀਂ ਇਹ ਹਰਕਤ ਕੀਤੀ ਤੇ ਇਹਦੇ ਨਤੀਜੇ ਬਹੁਤ ਮਾੜੇ ਤੁਹਾਨੂੰ ਭੁਗਤਣੇ ਪੈਣਗੇ। ਅਸੀਂ ਲੋਕ ਪਿੱਛੇ ਨਹੀਂ ਜਾਵਾਂਗੇ। ਤੁਸੀਂ ਸਾਨੂੰ ਗੋਲੀਆਂ ਨਾਲ ਤਾਂ ਮਾਰ ਸਕਦੇ ਹੋ, ਪਿੱਛੇ ਨਹੀਂ ਜਾਵਾਂਗਾ। ਅੱਜ ਜਿਹੜੀ ਤੁਹਾਡੀ ਮੀਟਿੰਗ ਹੋਈ ਹੈ ਤੋਮਰ ਹੋਣਾ ਨਾਲ, ਉਸ ਮੀਟਿੰਗ ਦਾ ਕੀ ਸਿੱਟਾ ਨਿਕਲਿਆ ਤੇ ਅਗਲੀ ਕੀ ਰਣਨੀਤੀ ਹੈ? ਸਿੱਟੇ ਦੀ ਗੱਲ ਤੇ ਇਹ ਆ ਵੀ ਬੇਸਿੱਟਾ ਹੈ, ਸਿੱਟਾ ਕੋਈ ਨਹੀਂ। ਕਿਉਂਕਿ ਜਦੋਂ ਅਸੀਂ ਉੱਥੇ ਗਏ ਆ, ਇਹ ਨਵੇਂ ਸੂਰਜ ਸਾਡੇ ਤੇ ਕੋਈ ਨਾ ਕੋਈ ਜਿਹੜੀ ਕੰਡੀਸ਼ਨ ਆ ਉਹ ਲਾ। ਪਹਿਲਾਂ ਤੁਹਾਡੇ ਸਾਹਮਣੇ ਇੱਥੇ ਕੰਡੀਸ਼ਨ ਲਾਈ ਕਿ ਤੁਸੀਂ ਪਹਿਲਾਂ ਜਿਹੜਾ ਬਰਾੜੀ ਗਰਾਊਂਡ ਹੈ ਉੱਥੇ ਆਓ, ਤੁਹਾਡੇ ਨਾਲ ਅਗਲੇ ਦਿਨ ਮੀਟਿੰਗ ਕਰਾਂਗੇ। ਅਸੀਂ ਉਹ ਵੀ ਜਿਹੜੀ ਕੰਡੀਸ਼ਨ ਸੀ ਨੇ ਠੁਕਰਾਤੀ ਵੀ ਸਾਨੂੰ ਇਹ ਤੁਹਾਡੀ ਜਿਹੜੀ ਕੰਡੀਸ਼ਨ ਹੈ ਮਨਜ਼ੂਰ ਨਹੀਂ। ਉਸ ਤੋਂ ਬਾਅਦ ਰਾਤ ਫਿਰ ਆਈ, ਇਹਨਾਂ ਦਾ ਪੱਤਰ ਆਇਆ, 11:15 ਵਜੇ ਪੱਤਰ ਆਇਆ ਸਾਡੇ WhatsApp ਤੇ ਅਸੀਂ ਸਵੇਰੇ ਮੀਟਿੰਗ ਕੀਤੀ। ਸਵੇਰੇ ਜਦੋਂ ਮੀਟਿੰਗ ਕੀਤੀ ਜਿਹੜਾ ਪੱਤਰ ਆਇਆ ਤੇ ਉੱਤੇ ਵੇਖਿਆ ਵੀ ਉੱਤੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸੀ ਉਹਨਾਂ ਦੇ ਨਾਂ ਹੀ ਨਹੀਂ ਸੀ। ਅਸੀਂ ਕਿਹਾ ਵੀ ਆਉਣੇ ਚਾਹੀਦੇ। ਉਹ ਫਿਰ ਆਏ। ਫਿਰ ਉਸ ਤੋਂ ਬਾਅਦ ਅਸੀਂ ਗਏ। ਜਦੋਂ ਗਏ ਆ, ਜਾ ਕੇ ਬੈਠੇ ਆ, ਗੱਲਬਾਤ ਸ਼ੁਰੂ ਹੋਈ ਹੈ ਤੇ ਗੱਲਬਾਤ ਸ਼ੁਰੂ ਕਰਦੇ ਹੀ ਜਿਹੜਾ ਖੇਤੀਬਾੜੀ ਮੰਤਰੀ ਆਪਣਾ ਤੋਮਰ ਹੈ, ਉਹ ਤੋਮਰ ਜੀ ਕਹਿਣ ਲੱਗੇ ਵੀ ਤੁਸੀਂ ਜੀ ਇਸ ਤਰ੍ਹਾਂ ਕਰੋ ਵੀ ਕਮੇਟੀ ਬਣਾਓ। ਵੀ ਕਮੇਟੀ ਦੇ ਬਣਾਵਾਂਗੇ, ਪਹਿਲਾਂ ਤੁਹਾਨੂੰ ਜੋ ਮੰਗ ਪੱਤਰ ਦੇ ਗਏ ਤੁਸੀਂ ਦੱਸੋ ਵੀ ਕੀ ਹੈ ਕਮੇਟੀ, ਕਿਸ ਵਾਸਤੇ ਬਣਾਉਣੀ ਹੈ। ਇਹ ਥੋੜ੍ਹੇ ਬੰਦੇ, ਇੰਨੇ ਬੰਦਿਆਂ 'ਚ ਗੱਲ ਨਹੀਂ ਹੁੰਦੀ। ਤੇ ਇਹ ਹੁੰਦਾ ਵੀ ਸਾਰਿਆਂ ਬੰਦਿਆਂ ਨੂੰ ਆਉਣਾ ਔਖਾ ਹੈ ਤੇ ਤੁਸੀਂ ਕਮੇਟੀ ਬਣਾ ਦਿਓਗੇ। ਅਸੀਂ ਵੀ ਆਪਣੇ ਮੰਤਰੀ ਮੰਡਲ 'ਚੋਂ ਵੀ ਕਮੇਟੀ ਬਣਾ ਦਿੰਦੇ ਹਾਂ। ਕੁਝ ਖੇਤੀ ਮਾਹਿਰ ਨੇ ਜਿਹੜੇ ਉਹਨਾਂ ਨੂੰ ਵਿੱਚ ਲੈ ਲਾਂਗੇ ਤੇ ਸਾਰਿਆਂ ਦੀਆਂ ਕਮੇਟੀਆਂ ਬਣਾ ਕੇ ਤੇ ਉਹਨਾਂ ਦੀਆਂ ਮੀਟਿੰਗਾਂ ਹੋਣਗੀਆਂ ਤੇ ਮੀਟਿੰਗਾਂ ਹੋ ਗਏ। ਫਿਰ ਅਸੀਂ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਇਹ ਜਿਹੜਾ ਚਾਹੁੰਦੇ ਹੋ ਨਾ ਬਈ ਇਹ ਕਮੇਟੀ ਬਣਾ ਕੇ ਇਸ ਮਸਲੇ ਮੁੱਦੇ ਨੂੰ ਤੇ ਠੰਡੇ ਬਸਤੇ 'ਚ ਪਾ ਦਿਓ ਤੇ ਇਹ ਜਿਹੜੇ ਇੱਥੋਂ ਧਰਨਾਕਾਰੀ ਨੇ ਇਹਨਾਂ ਨੂੰ ਉਠਾ ਦਿਓ। ਇਹ ਗੱਲ ਹੁਣ ਨਹੀਂ ਹੋਣੀ। ਮਤਲਬ ਉਹ ਚਾਹੁੰਦੇ ਸੀਗੇ ਕਿ ਤੁਸੀਂ ਕਮੇਟੀ ਇੱਕ ਬਣਾ ਦਿੰਦੇ ਆ ਤੇ ਤੁਸੀਂ ਧਰਨਾ ਚੱਕ ਦਿਓ, ਇਹ ਕਹਿ ਰਹੇ ਸੀਗੇ। ਇਹ ਕਹਿ ਰਹੇ ਸੀਗੇ ਨੈਗੋਸ਼ੀਏਸ਼ਨ ਵਾਸਤੇ, ਟੇਬਲ ਟਾਕ ਵਾਸਤੇ ਇੱਕ ਆਪਾਂ 5-7 ਬੰਦੇ ਦੀ ਕਮੇਟੀ ਬਣਾ ਦੀ ਤਾਂ ਕਿ ਹੈਲਦੀ ਟਾਕ ਹੋ ਸਕੇ। ਨਹੀਂ, ਇਹ ਗੱਲ ਤੇ ਆਉਂਦੀ ਨਹੀਂ ਸੀ ਨਾ, ਬਾਅਦ 'ਚ ਆਇਆ। ਅੱਛਾ, ਇਸ ਗੱਲ ਤੇ ਤਾਂ ਮਗਰੋਂ ਆਏ ਨੇ। ਜਦੋਂ ਅਸੀਂ ਇਸ ਗੱਲ ਤੇ ਵੱਜਦ ਰਹੇ ਹਾਂ ਵੀ ਅਸੀਂ ਇਸ ਤਰ੍ਹਾਂ ਨਹੀਂ ਕਰਨਾ, ਤੁਸੀਂ ਕਮੇਟੀਆਂ ਬਣਾਉਣੀਆਂ ਸੀ, ਪਹਿਲਾਂ ਬਣਾ ਦਿਓ। ਜਦੋਂ ਸਾਨੂੰ ਤੁਸੀਂ 14 ਸਤੰਬਰ ਨੂੰ ਸੱਦਿਆ ਹੈ ਉਦੋਂ ਬਣਾ ਲੈਂਦੇ ਹੋ, ਮੀਟਿੰਗ ਸਾਡੇ ਨਾਲ ਕਰ ਲੈਂਦੇ ਹੋ, ਕਮੇਟੀ ਬਣਾ ਦਿੰਦੇ ਹੋ। ਉਦੋਂ ਤਾਂ ਅਸੀਂ ਸਾਡੀ ਸੁਣਵਾਈ ਨਹੀਂ ਕੀਤੀ। ਉਸ ਤੋਂ ਬਾਅਦ 13 ਨਵੰਬਰ ਨੂੰ ਹੋਣੀ। ਹੁਣ ਤੁਸੀਂ ਅੱਜ ਸਾਨੂੰ ਕਹਿੰਦੇ ਵੀ ਕਮੇਟੀ ਬਣਾ ਦਿਓ। ਹੁਣ ਕੋਈ ਕਮੇਟੀ ਨਹੀਂ ਬਣੇਗੀ, ਤੁਸੀਂ ਇੱਥੇ ਬਣਾ ਲਓ, ਗੱਲਬਾਤ ਕਰ ਲਓ। ਇਹ ਜੇ ਇੰਨੇ ਬੰਦੇ ਆਖਿਆ ਵੀ ਸਾਡੇ ਬੰਦੇ ਸਾਰੇ ਆਉਣ, ਬੋਲਣਗੇ 3-4 ਬੰਦੇ। ਜੇ ਤੁਸੀਂ ਕਹੋ ਵੀ ਬਾਕੀ ਨਾ ਆਉਣ, ਇਹ ਗੱਲ ਨਹੀਂ ਹੋਣੀ। ਕਿਉਂਕਿ ਇਹ ਜਿੰਨਾ ਚਿਰ ਸਾਰੇ ਜਦੇ ਵੱਖ-ਵੱਖ ਜਥੇਬੰਦੀਆਂ, ਵੱਖ-ਵੱਖ ਸੋਚ ਦੇ ਵਿਚਾਰਧਾਰਾ ਦੇ ਬੰਦੇ ਨੇ ਔਰ ਇਹ ਇਸ ਤਰ੍ਹਾਂ ਗੱਲ ਨਹੀਂ ਬਣੀ। ਪਰ ਉਹਨਾਂ ਦੀ ਇਸੇ ਗੱਲ ਦੇ ਉੱਤੇ ਜਿਹੜੀ ਸੀ ਉਹ ਸੂਈ ਟਿਕੀ ਹੋਈ ਸੀ ਵੀ ਨਹੀਂ ਕਮੇਟੀ ਬਣਾਈ। ਅਸੀਂ ਕਿਹਾ ਵੀ ਕਮੇਟੀ ਕਿਸੇ ਕੀ ਬਹੁਤ ਸਾਰੀਆਂ ਗੱਲਾਂ ਹੋਈਆਂ। ਇਤਰਾਜ਼ ਕੀ ਜੇ 7 ਬੰਦੇ ਚਲੇ ਜਾਣ, 5-7 ਬੰਦੇ ਜਿਹੜੇ ਤੁਹਾਡੇ ਨੁਮਾਇੰਦੇ ਜਿਹੜੇ ਜਥੇਬੰਦੀ ਦੇ ਜਿਹੜੇ ਸਮਾਰਟ, ਇੰਟੈਲੀਜੈਂਟ, ਜਿਹੜੇ ਹਰ ਚੀਜ਼ ਦੀ ਸਮਝ ਰੱਖਦੇ ਨੇ ਤੇ ਉਹ ਆਪਣਾ ਪੱਖ ਸਹੀ ਤਰੀਕੇ ਨਾਲ ਸਰਕਾਰ ਨੂੰ ਸਮਝਾ ਸਕਣ, ਇਹ ਮਾੜੀ ਗੱਲ ਕੀ ਹੈ? ਮਾੜੀ ਇਹ 'ਚ ਚੰਗੀ ਵੀ ਕੀ ਹੈ? ਅੱਜ ਤੱਕ ਅਸੀਂ ਉਹਨਾਂ ਨੂੰ ਪੁੱਛਿਆ ਇਹ ਗੱਲ ਤੇ ਤੁਸੀਂ ਵੀ ਵੇਖੋ। ਹਾਂ, ਬਿਲਕੁਲ ਉਹੀ ਦੱਸਣ ਲੱਗਿਆ ਮੈਂ। ਆਬਜੈਕਸ਼ਨ ਇਹ ਆ ਵੀ ਅਸੀਂ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਇਹ ਦੱਸੋ ਵੀ ਅੱਜ ਤੱਕ ਸਰਕਾਰਾਂ ਨੇ ਜਿਸ ਵੀ ਕਿਸੇ ਮੁੱਦੇ ਦੇ ਉੱਤੇ ਕਮੇਟੀ ਬਣਾਈ ਆ, ਇੱਕ ਵੀ ਦੱਸ ਦਿਓ ਵੀ ਕਿਸੇ ਕਮੇਟੀ ਨੇ ਫੈਸਲਾ ਕੀਤਾ। ਜਿਸ ਮੁੱਦੇ ਨੂੰ ਠੰਡੇ ਬਸਤੇ 'ਚ ਪਾਉਣਾ ਹੋਵੇ ਉੱਥੇ ਕਮੇਟੀ ਬਣਾ ਦਿਓ ਤੇ ਮੁੱਦਾ ਆਪਣੇ ਆਪ ਖਤਮ, ਠੰਡੇ ਬਸਤੇ ਪੈ ਜਾਂਦਾ। ਐਤਰਾਜ਼ ਆ, ਹੋਰ ਕੀ ਵੱਡਾ, ਇਸ ਤੋਂ ਵੱਡਾ ਹੋਰ ਕੀ? ਤੇ ਕਾਮਨ ਮਿਨੀਮਮ ਪ੍ਰੋਗਰਾਮ ਕੋਈ ਬਣਾਉਣਾ ਹੋਵੇ ਕਿ ਹਾਂ ਵੀ ਇਹ ਜੇ ਮੰਗਾਂ ਪੂਰੀਆਂ ਹੋ ਜਾਣ ਤਾਂ ਸਾਨੂੰ ਕੋਈ ਦਿੱਕਤ ਨਹੀਂ, ਉਹ ਕੀ ਹੋਏਗਾ ਜੇ ਮੈਂ 5 ਕੋਈ ਚੀਜ਼ਾਂ ਕਹਾਂ, ਜਿਵੇਂ ਜਿਹਦੇ ਵਨ ਆਫ ਐਗਜ਼ਾਮਪਲ ਦੇਖੋ ਉਹਦੇ ਵਿੱਚ ਇਹ ਹੁੰਦਾ, ਉਹ ਸਾਰੀ ਗੱਲਬਾਤ ਜਿਹੜੀ ਆ ਉਹ ਬੈਠ ਕੇ ਹੁੰਦੀ ਆ, ਪਰ ਉਸ ਵਿਸ਼ੇ ਤੇ ਗੱਲ ਚੱਲੇ ਤਾਂ ਹੈ ਨਾ। ਅੱਛਾ, ਜਦੋਂ ਉਸ ਵਿਸ਼ੇ ਤੇ ਗੱਲ ਹੀ ਨਹੀਂ ਕਰਨੀ, ਕੰਡੀਸ਼ਨਾਂ ਲਾਈ ਜਾਣੀਆਂ ਨੇ। ਸਿਰਫ ਕਮੇਟੀ ਦੇ ਗੱਲ ਰੁਕ ਗਈ, ਕਮੇਟੀ ਤੇ ਹੀ ਅੜਿਆ ਰਿਹਾ ਕੰਮ ਵੀ ਤੁਸੀਂ ਕਮੇਟੀ ਕਰੋ। ਉੱਥੇ ਚਲੋ ਫਿਰ ਗੱਲਾਂ ਹੋਰ ਹੀ ਪਾਸੇ ਵੀ ਤੁਸੀਂ ਕਹਿੰਦੇ ਹੋ ਫਾਇਦੇ, ਉਹ ਘੜੀ ਮੁੜੀ ਇਸੇ ਗੱਲ ਤੇ ਕਰਨਾ। ਪ੍ਰਧਾਨ ਮੰਤਰੀ ਜੀ ਨੇ ਕਿਸਾਨਾਂ ਦੇ ਹਿੱਤ ਵਿੱਚ ਕੀਤਾ।
ਹੁਣ ਪ੍ਰਧਾਨ ਮੰਤਰੀ ਦੇ ਨਾਲ ਕਿਸੇ ਮੈਂਬਰ ਪਾਰਲੀਮੈਂਟ ਨਾਲ ਗੱਲ ਕਰੇ, ਨਾ ਕਿਸੇ ਮੰਤਰੀ ਮੰਡਲ ਨਾਲ ਗੱਲ ਕਰੇ, ਨਾ ਕਿਸੇ ਕਾਨੂੰਨ ਦੀ ਪਰਵਾਹ ਕਰੇ। ਜੇ ਕਾਨੂੰਨ ਦੀ ਕਰਦਾ ਤੇ ਆ ਜਿਹੜੇ ਉਹਨੇ ਕਾਨੂੰਨ ਬਣਾਏ ਨੇ, ਆਰਡੀਨੈਂਸ ਲੈਂਦੇ ਨੇ, ਇਹ ਲਿਆ ਹੀ ਨਹੀਂ ਸਕਦਾ। ਸੋ ਇਸ ਕਰਕੇ ਉਹ ਕਰਦਾ ਸਿਰਫ ਮਨ ਕੀ ਬਾਤ। ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਪ੍ਰਧਾਨ ਮੰਤਰੀ ਅੱਜ ਵੀ ਇਹ ਗੱਲ ਕਹਿੰਦਾ ਹੈ, ਤੁਸੀਂ ਕਹਿੰਦੇ ਵੀ ਆਪਾਂ ਬੈਠ ਕੇ ਗੱਲ ਕਰੀਏ। ਗੱਲ ਕੀ ਕਰਾਂਗੇ ਜਦੋਂ ਤੁਸੀਂ ਗੱਲ ਕਰਨ ਨੂੰ ਕੋਈ ਤਿਆਰ ਹੀ ਨਹੀਂ। ਤੁਸੀਂ ਪ੍ਰਧਾਨ ਮੰਤਰੀ ਤੁਹਾਡਾ ਕਹੀ ਜਾਂਦਾ ਵੀ ਸਾਨੂੰ ਕੋਈ ਇਹ ਮੈਂ ਕਾਨੂੰਨ ਵਾਪਸ ਬੜੇ ਵਧੀਆ ਬਣੇ ਨੇ, ਇਹ 'ਚ ਵਾਪਸ ਨਹੀਂ ਹੋ ਸਕਦਾ, ਤੇ ਫਿਰ ਗੱਲ ਕੀ ਹੋਵੇਗੀ? ਨਹੀਂ, ਇਹ ਗੱਲ ਤੁਸੀਂ ਛੱਡੋ ਬਈ, ਛੱਡੀਏ ਕਿਵੇਂ? ਸੋ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਅਸੀਂ ਵਾਰੀ ਹੁੰਦੇ ਆ, ਅਸੀਂ ਫਿਰ ਇਹ ਵੀ ਗੱਲਾਂ ਕਹੀਆਂ ਬਈ ਤੁਸੀਂ ਕਹਿੰਦੇ ਹੋ ਵੀ ਇਹ ਕਾਨੂੰਨ ਕਿਸਾਨਾਂ ਦੇ ਹੱਕ 'ਚ ਬਣਾਇਆ, ਕੋਈ ਇੱਕ ਪੁਆਇੰਟ ਦਾ ਆ ਜਿਹੜਾ ਕਿਸਾਨਾਂ ਦੇ ਹੱਕ 'ਚ, ਅਸੀਂ ਦੱਸਾਂਗੇ ਵੀ ਤੁਹਾਡੀਆਂ ਬੁਰਾਈਆਂ ਕਿੰਨੀਆਂ ਨੇ ਜੇ ਕਸੂਰ ਤੋਂ, ਪਰ ਤੁਸੀਂ ਚੰਗਾ ਇਹ ਤੁਸੀਂ ਦੱਸੋ। ਇਹ ਤੇ ਤੁਹਾਨੂੰ ਦੱਸਦਾ ਵੀ ਇਹ ਤੁਹਾਡੇ ਜਿਹੜੇ ਕਾਨੂੰਨ ਨੇ ਇਹ ਕਿਸਾਨ ਮਾਰੂ ਨੇ, ਇਹ ਕਿਸਾਨਾਂ ਦੀ ਮੌਤ ਦੇ ਵਾਰੰਟਾਂ ਦੇ ਦਸਤਖਤ ਨੇ। ਤੁਸੀਂ ਦੱਸੋ ਵੀ ਇਹਨਾਂ 'ਚ ਚੰਗਾ ਕੀ ਆ? ਉਹ ਇੱਕ ਵੀ ਪੁਆਇੰਟ ਨਹੀਂ ਦੱਸ। ਫਿਰ ਉਹਨੂੰ ਕਿਹਾ ਵੀ ਬਹੁਤ ਵੱਡੇ ਇੱਥੇ ਇਕੱਠ ਹੋਏ ਨੇ, ਤੁਸੀਂ ਇਕੱਠਾ ਕਰਨ ਵਾਸਤੇ ਲੋਕਾਂ ਨੂੰ ਪੜ੍ਹਾਉਣ ਜੋ ਜਾਂਦੇ ਜੇ, ਸਮਝਾਉਣ ਜਾਂਦੇ ਜੇ, ਤਾਂ ਜਾਓ ਸਮਝਾ ਲਓ ਜਾ ਕੇ ਉਹਨਾਂ ਨੂੰ। ਅਸੀਂ ਲੈਂਦੇ ਨੇ ਇਕੱਠ ਕਰਦੇ ਨੇ ਇੱਥੇ, ਤਾਂ ਤੁਸੀਂ ਸਮਝਾ ਲਓ। ਇੱਥੇ ਮੰਤਰੀ ਸਾਹਿਬ ਦੀ ਜਿਹੜੇ ਸੀ ਉਹ ਪਸੀਨੇ ਨਹੀਂ ਜੀ। ਵੇਖੋ ਜਿਹੜੇ ਇਕੱਠ ਨੇ ਉਹ ਤਾਂ ਜਿਹੜਾ ਕਰਦਾ ਬੰਦਾ ਉਸੇ ਦੀ ਗੱਲ ਸੁਣਦੇ ਨੇ, ਜਿਹਨੇ ਇਕੱਠ ਕੀਤਾ ਹੁੰਦਾ ਉਹਦੀ ਗੱਲ ਸੁਣਦੇ ਦੂਜੇ ਦੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਰ ਵੀ ਬਹੁਤ ਹੋਈਆਂ, ਤੇ ਅਖੀਰ ਨੂੰ ਗੱਲ ਇੱਥੇ ਆ ਕੇ ਮੁੱਕੀ ਭਈ ਠੀਕ ਹੈ ਜੀ, ਤੁਸੀਂ ਜੇ ਸਾਰਿਆਂ ਹੀ ਆਉਣਾ ਸਾਨੂੰ ਕੋਈ ਇਤਰਾਜ਼ ਨਹੀਂ। 3 ਘੰਟਿਆਂ ਬਾਅਦ ਇਸ ਗੱਲ ਤੇ ਆਏ ਸਾਨੂੰ ਕੋਈ ਇਤਰਾਜ਼ ਨਹੀਂ, ਤੇ ਤੁਸੀਂ ਪਰਸੋਂ ਆਪਣੀ ਮੀਟਿੰਗ ਹੋਵੇਗੀ ਤੇ ਇਹ ਗੱਲਬਾਤ ਜਿਹੜੀ ਆ ਜਾਰੀ ਰਹੇਗੀ। ਫਿਰ ਅਸੀਂ ਇਹ ਵੀ ਗੱਲ ਕਹੀ ਕਿ ਜਿਹੜੀਆਂ ਮੀਟਿੰਗਾਂ ਨੇ ਕੀ ਇਹ ਹੁਣ ਲੜੀਵਾਰ ਜਾਰੀ ਰਹਿਣਗੀਆਂ ਕਿ ਜਾਂ ਫਿਰ ਕਦੇ ਹੁਣ ਕਿਹਾ ਤੇ ਇਹੋ ਕੁਛ ਹੀ ਹੈ। ਇਹ ਵੀ ਗੱਲ ਕਹੀ ਹੈ ਵੀ ਹੋ ਸਕਦਾ ਪਰਸੋਂ ਫੈਸਲਾ ਹੀ ਹੋ ਜਾਵੇ, ਇਹ ਮੰਤਰੀ ਸਾਹਿਬ ਕਹਿ ਰਹੇ ਨੇ। ਬਾਕੀ ਗੱਲਬਾਤ ਹੋਣ ਤੋਂ ਹੀ ਪਤਾ ਲੱਗੇਗਾ। ਸੋ ਗੱਲਬਾਤ ਇਹਨਾਂ ਲੋਕਾਂ ਤੇ ਯਕੀਨ ਕਿਵੇਂ ਕਰੀਏ ਜਿਨ੍ਹਾਂ ਨੇ ਅਸੀਂ ਇਹ ਗੱਲ ਕਹਿਤੀ ਉਹਨਾਂ ਨੂੰ ਭਈ ਤੁਸੀਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੇ ਸੰਬੰਧ ਵਿੱਚ 14 ਦੀਆਂ ਇਲੈਕਸ਼ਨਾਂ 'ਚ ਚੋਣ ਮੈਨੀਫੈਸਟੋ 'ਚ ਲੈਂਦਾ ਸੀ ਅਸੀਂ ਲਾਗੂ ਕਰਾਂਗੇ, ਮੁੜ ਕੇ ਤੁਸੀਂ ਮੁੱਕਰ ਗਏ। ਜੇ ਕੋਰਟ ਕੇਸ ਕੀਤਾ ਤਾਂ ਤੁਸੀਂ ਲਿਖ ਕੇ ਦੇ ਦਿੱਤਾ ਵੀ ਜੇ ਅਸੀਂ ਇਹ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਦੇ ਹਾਂ ਤੇ ਦੇਸ਼ ਦੇ ਹਾਲਾਤ ਵਿਗੜਦੇ ਨੇ। ਉਹ ਪਹਿਲਾਂ ਨਹੀਂ ਸੀ ਵਿਗੜਦੇ ਜਦੋਂ ਤੁਸੀਂ ਉੱਥੇ ਲੈਂਦਾ ਸੀ, ਜੋ ਅਸੀਂ ਮੰਗ ਕੀਤੀ ਆ ਤਾਂ ਵਿਗੜਦਾ। ਸੋ ਇਹ ਜਿਹੜੇ ਤੁਸੀਂ ਕਾਨੂੰਨ ਲਿਆਂਦੇ ਨੇ ਇਹ ਕੇਵਲ ਕਾਰਪੋਰੇਟ ਘਰਾਣਿਆਂ ਨੂੰ ਤੁਸੀਂ ਜਿਹੜਾ ਉਹਨਾਂ ਨੂੰ ਫਾਇਦੇ ਵਾਸਤੇ ਉਹਨਾਂ ਦੇ ਹਿੱਤ 'ਚ ਲਿਆਂਦੇ ਨੇ, ਨਾ ਕਿ ਸਾਡੇ ਵਾਸਤੇ। ਸੋਸ਼ਲ ਮੀਡੀਆ ਤੇ ਨੈਸ਼ਨਲ ਮੀਡੀਆ ਦੇ ਵਿੱਚ ਇਸ ਪ੍ਰੋਟੈਸਟ ਨੂੰ ਇੱਕ ਪੰਜਾਬ ਦਾ ਪ੍ਰੋਟੈਸਟ ਦੇਖਿਆ ਜਾ ਰਿਹਾ, ਹਾਲਾਂਕਿ ਕਿਸਾਨੀ ਦਾ ਪ੍ਰੋਟੈਸਟ। ਇਸ ਪਰਸੈਪਸ਼ਨ ਨੂੰ ਕਾਊਂਟਰ ਕਰਨ ਲਈ ਤੁਹਾਡੇ ਵੱਲੋਂ ਕੀ ਕਰੀ ਗਈ ਹੈ, ਕੀ ਕਰ ਰਹੇ ਹੋ? ਇਹਦੀ ਇੱਕ ਖੁਸ਼ਖਬਰੀ, ਜਦੋਂ ਹੁਣ ਤੱਕ ਇਹ ਸਾਨੂੰ ਸਭ ਨੂੰ ਪਤਾ ਹੈ ਵੀ ਇਹ ਜਿਹੜਾ ਮੀਡੀਆ ਹੈ, ਗੋਦੀ ਮੀਡੀਆ ਜਿਹਨੂੰ ਕਹਿੰਦੇ ਆ, ਵੀ ਇਹ ਕੇਵਲ ਉਹਨਾਂ ਦੀ ਗੱਲ ਕਰਦਾ ਹੈ, ਕੇਂਦਰ ਸਰਕਾਰ ਦੀ ਗੱਲ ਕਰਦਾ, ਕਾਰਪੋਰੇਟ ਘਰਾਣਿਆਂ ਦੀ ਗੱਲ ਕਰਦਾ, ਇਹ ਸਾਡੀ ਗੱਲ ਨਹੀਂ ਕਰਦਾ। ਇਹ ਆਪਾਂ ਵੇਖ ਰਹੇ ਹਾਂ। ਜਦੋਂ ਇੱਥੇ ਉਹਨਾਂ ਦੇ ਵਿਰੋਧ ਹੋਏ, ਵਿਰੋਧਾਂ ਦੇ ਜਿਸ ਢੰਗ ਨਾਲ ਹੋਇਆ ਉਹਦੇ ਮੈਂ ਹੱਕ 'ਚ ਨਹੀਂ। ਜਿਸ ਤਰ੍ਹਾਂ ਕਿ ਇੱਕ ਅੱਜ ਤੱਕ TV ਚੈਨਲ ਦੀ ਲੜਕੀ ਸੀ, ਉਸ ਲੜਕੀ ਦੇ ਨਾਲ ਇੱਥੇ ਵਧੀਆ ਤਰੀਕੇ ਨਾਲ ਉਹ ਸਲੂਕ ਨਹੀਂ ਕੀਤਾ ਗਿਆ। ਜੇ ਤੁਸੀਂ ਵਿਰੋਧ ਪ੍ਰੋਟੈਸਟ ਵੀ ਕਰਨਾ ਤਾਂ ਥੋੜ੍ਹਾ ਦੂਰ ਰਹਿ ਕੇ ਚੰਗੇ ਢੰਗ ਨਾਲ ਕਰੋ। ਪਰ ਉਹਨਾਂ ਨੂੰ ਜਦੋਂ ਪ੍ਰੋਟੈਸਟ ਕੀਤਾ ਗਿਆ, ਉਸ ਚੈਨਲ ਦੇ ਉੱਤੇ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਅੱਜ ਤੱਕ TV ਚੈਨਲ ਤੇ ਤੁਹਾਡਾ ਇੱਥੋਂ ਦਾ ਲਾਈਵ ਪ੍ਰੋਗਰਾਮ ਚੱਲਿਆ। ਸੋ ਇਸ ਚੀਜ਼ ਦਾ ਫਰਕ ਵੀ ਪਿਆ। ਸੋ ਇਹ ਜਿਹੜਾ ਮੀਡੀਆ ਸੀ ਤੇ ਜਿਹੜਾ ਸੋਸ਼ਲ ਮੀਡੀਆ, ਪਰ ਇਹ ਗੱਲ ਦੱਸਦਾ ਜਿਸ ਤਰ੍ਹਾਂ ਪਹਿਲਾਂ ਇਹ ਚੱਲ ਰਿਹਾ ਸੀ ਆਮ ਵੀ ਸੋਸ਼ਲ ਮੀਡੀਆ ਤੇ ਵੀ ਹੁਣ ਘੁਆੜਾ ਚੱਲਣ ਵਾਲਾ ਹੈ, ਤੇ ਇਹ ਤੁਹਾਡੇ ਵਾਸਤੇ ਵੀ ਖੁਸ਼ਖਬਰੀ। ਜਿਸ ਤਰੀਕੇ ਨਾਲ ਇਹ ਇਕੱਠ ਹੋ ਰਿਹਾ ਤੇ ਤੁਸੀਂ ਸਾਡੇ ਲੋਕਾਂ ਦੀ ਆਵਾਜ਼ ਪੂਰੇ ਸੰਸਾਰ 'ਚ ਪਹੁੰਚਾਤੀ ਹੈ। ਸੰਸਾਰ ਦੇ ਲੋਕ ਜਿਹੜੇ ਨੇ ਉਹਨਾਂ ਦੀਆਂ ਨਿਗਾਹਾਂ ਇੱਥੇ ਲੱਗੀਆਂ ਹੋਈਆਂ ਨੇ। ਤੁਹਾਨੂੰ ਵੀ ਟੈਲੀਫੋਨ ਆ ਰਹੇ ਹੋਣਗੇ, ਸਾਨੂੰ ਵੀ ਆ ਰਹੇ। ਸੋ ਇਸ ਟਾਈਮ ਤੇ ਸੋਸ਼ਲ ਮੀਡੀਆ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹਮਲਾ ਹੋਣਾ ਸੀ ਉਹ ਨਹੀਂ ਹੋਏਗਾ। यूनियन मिनिस्टर ने एक ट्वीट किया है कि कृषि कानून पर गलतफहमी ना रखें। पंजाब के किसानों ने पिछले साल सबसे ज़्यादा धन मंडी में बेचा MSP के रेट पे। ना MSP भी जीवित है, मंडी भी जीवित है और सरकार की खरीद भी जीवित रहेगी। ਇਹਨਾਂ ਲੋਕਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਤੁਸੀਂ ਸਾਨੂੰ ਸਮਝਦੇ ਕੀ ਹੋ। ਤੁਸੀਂ ਕਦੀ ਤੇ ਇਹ ਗੱਲ ਕਹਿੰਦੇ ਜੇ
ਵੀ ਇਹ ਜਿਹੜਾ ਇਕੱਠ ਹੈ, ਇਹ ਜਿਹੜੇ ਕਿਸਾਨ ਨੇ ਇਹ ਜੀ ਘੱਲੇ ਨੇ ਕੈਪਟਨ ਨੇ ਜਿਹੜੇ ਨੇ ਉਹਨੇ ਸਿਖਾ ਕੇ ਉਹਦੇ ਕਹੇ ਤੇ ਇੱਥੇ ਆਏ ਨੇ। ਕਦੀ ਇਹਨਾਂ ਨੂੰ ਆਤੰਕਵਾਦੀ, ਕਦੀ ਇਹਨਾਂ ਨੂੰ ਕਿਸੇ ਨੂੰ ਜਿਹੜਾ ਇੱਧਰੋਂ ਆਉਂਦਾ ਉਹਨੂੰ ਨਕਸਲਾਈਡ, ਇਹ ਕਦੀ ਕੋਈ ਟਵੀਟ ਕਰਦੇ ਨੇ, ਕਦੀ ਕੋਈ ਕਰਦੇ ਨੇ। ਇਹ ਕਹਿੰਦੇ ਵੀ MSP ਜਿਹੜੀ ਆ ਇਹ ਲਾਗੂ ਰਹਿ ਗਈ। ਇਹ ਕਹਿੰਦੇ ਮੰਡੀ ਅਸੀਂ ਇੱਕ ਬਣਾਤੀ ਆ। ਉਹ ਤੁਸੀਂ ਮੰਡੀ ਇੱਕ ਬਣਾਈ ਆ ਕਿ ਦੋ ਬਣਾਤੀਆਂ? ਪਹਿਲਾਂ ਸਰਕਾਰੀ ਮੰਡੀਆਂ ਸੀ ਸਾਰੇ, ਹੁਣ ਤੁਸੀਂ ਨਾਲ ਪ੍ਰਾਈਵੇਟ ਮੰਡੀ ਖੜੀ ਕਰਤੀ ਆ। ਪ੍ਰਾਈਵੇਟ ਮੰਡੀਆਂ ਦੇ ਵਿੱਚ ਅਨਾਜ ਜਿਹੜਾ ਉਹ ਸਰਕਾਰੀ ਮੰਡੀਆਂ 'ਚ ਅਨਾਜ ਕਿੰਨਾ ਚਿਰ ਵਿਕੇਗਾ? ਜਿਸ ਸਰਕਾਰੀ ਮੰਡੀ 'ਚ ਟੈਕਸ ਦੇਣਾ ਪੈ ਰਿਹਾ, ਉੱਥੇ ਜਿਹੜਾ ਹਰ ਤਰ੍ਹਾਂ ਦੇ ਜਿਹੜੇ ਟੈਕਸ ਨੇ ਜਿੰਨੇ ਵੀ ਨੇ ਉਹ ਸਾਰੇ ਦੇਣੇ ਪੈਂਦੇ ਨੇ। ਲਾਇਸੈਂਸ ਬਣਾਉਣਾ ਪੈਂਦਾ ਤੇ ਖਰੀਦਦਾਰ ਨੂੰ, ਜਿਹੜੇ ਵਪਾਰੀ ਨੇ। ਉਹ ਜਿਹੜੀ ਪ੍ਰਾਈਵੇਟ ਮੰਡੀ ਹੈ ਉਹ 'ਚ ਨਾ ਕੋਈ ਲਾਇਸੈਂਸ ਬਣਾਉਣਾ ਪਏ, ਨਾ ਕੋਈ ਟੈਕਸ ਦੇਣਾ ਪਏ, ਨਾ ਕੋਈ ਕਮਿਸ਼ਨ ਦੇਣਾ ਪਏ। ਤੇ ਉਹ ਜਿਹੜੀਆਂ ਮੰਡੀਆਂ, ਜਿਹੜੀਆਂ ਸਰਕਾਰੀ ਮੰਡੀਆਂ ਨੇ, ਉਹ ਕਿੰਨਾ ਚਿਰ ਚੱਲਣਗੀਆਂ? ਤੇ ਤੁਹਾਡੀਆਂ MSP ਦੇ ਰੇਟ ਦੇ ਤੇ ਜਨਸਾ ਕਿੰਨਾ ਚਿਰ ਵਗਣਗੀਆਂ? ਉਹ ਤੁਸੀਂ ਉਹਨਾਂ ਵਾਸਤੇ ਤਾਂ ਕਾਨੂੰਨ ਬਣਾਤਾ ਵੀ ਇਹ ਜਿਹੜਾ ਇਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਹੋਏਗੀ ਤੇ ਉਹ ਕੋਰਟ 'ਚ ਨਹੀਂ ਜਾ ਸਕਦਾ ਕੋਈ। ਉਹ SDM ਤੇ DC ਫੈਸਲਾ ਕਰਨਗੇ। SDM ਤੇ DC ਉਹ ਕਿਹਦੇ ਕਹੇ ਫੈਸਲਾ ਕਰਦੇ ਨੇ? ਜਿਹੜੀ ਮੌਜੂਦਾ ਸਰਕਾਰ ਹੁੰਦੀ ਆ ਉਹਦੇ ਕਹੇ ਫੈਸਲਾ ਕਰਨਗੇ। ਸਰਕਾਰ ਕਿਹਦੀ ਆ? ਉਹ ਵਪਾਰੀ ਵਰਗ ਦੀ, ਪੈਸੇਦਾਰਾਂ ਦੀ, ਇਹਨਾਂ ਦੀਆਂ ਜੇਬਾਂ 'ਚੋਂ ਨਿਕਲਣ ਵਾਲੇ ਉਹਨਾਂ ਲੋਕਾਂ ਦੀ। ਸੋ ਸਰਕਾਰੀਆਂ ਮੰਡੀਆਂ ਤੇ ਵੈਸੇ ਹੀ ਖਤਮ ਹੋ ਜਾਣਗੀਆਂ ਤੇ ਕਿਸ ਤਰ੍ਹਾਂ ਤੁਹਾਡੀਆਂ MSP? ਉੱਤੇ ਤੁਸੀਂ ਕਾਨੂੰਨ ਕਿਉਂ ਨਹੀਂ ਬਣਾਇਆ? MSP ਤੇ ਕਾਨੂੰਨ ਕਿਉਂ ਨਹੀਂਗਾ? ਤੇ ਇਹ MSP ਲਾਗੂ ਰਹੇਗੀ। ਜਿਹੜਾ MSP ਤੋਂ ਘੱਟ ਖਰੀਦੇਗਾ ਉੱਤੇ ਪਰਚਾ ਹੋਏਗਾ। MSP ਜਿਹੜੀ ਆ ਇਹ ਹਰ ਸਾਲ ਇੰਨੇ % ਵਧਾ ਜਾਇਆ ਕਰੇਗੀ। ਕੀ ਇਸ ਤਰ੍ਹਾਂ ਦੇ ਕੋਈ ਕਾਨੂੰਨ ਹੱਲ ਉਹਨਾਂ ਵਾਸਤੇ ਤੁਸੀਂ ਕਿਹਨੇ ਕਾਨੂੰਨ ਬਣਾਤੇ? ਇੱਥੇ ਕਿਉਂ ਜੇ ਗਵਰਨਮੈਂਟ ਮੰਡੀਆਂ ਵਿੱਚ MSP ਬਰਕਰਾਰ ਰਵੇ ਤੇ ਪੈਰਲਲ ਦੇ ਵਿੱਚ ਪ੍ਰਾਈਵੇਟ ਮਾਰਕੀਟ ਵੀ ਰਵੇ ਫॉर द ਡਾਈਵਰਸਿਫਿਕੇਸ਼ਨ ਜਾਂ ਬੈਟਰ ਮਾਰਕੀਟ ਦੀ ਕੰਪੀਟੀਟਿਵ ਵਾਸਤੇ, ਤੇ ਤਾਂ ਗੱਲ ਫਿੱਟ ਬਹਿ ਸਕਦੀ ਹੈ? ਬਿਲਕੁਲ ਨਹੀਂ। ਜਦੋਂ ਕਿ ਪ੍ਰਾਈਵੇਟ ਮੰਡੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਤੁਹਾਨੂੰ ਪਹਿਲਾਂ ਦੱਸ ਚੁੱਕਾ ਮੈਂ ਵੀ ਉਹਨਾਂ 'ਚ ਵਪਾਰੀ ਨੂੰ, ਖਰੀਦਦਾਰ ਨੂੰ ਕੋਈ ਲਾਇਸੈਂਸ ਦੀ ਲੋੜ ਨਹੀਂ। ਵਪਾਰੀ ਦੇ ਉੱਤੇ ਕੋਈ ਟੈਕਸ ਨਹੀਂ, ਕੋਈ ਕਮਿਸ਼ਨ ਨਹੀਂ, ਕੋਈ ਖਰਚੇ ਨਹੀਂ ਜਿਹੜੇ ਸਰਕਾਰ ਦੇ ਪੈਂਦੇ ਨੇ। ਉਹਨੇ ਤਾਂ ਕੇਵਲ ਖਰੀਦਣਾ ਮਾਲ ਤੇ ਸਿੱਧਾ ਖਰੀਦਿਆ ਤੇ ਬੋਰੀਆਂ 'ਚ ਭਰਿਆ ਤੇ ਲੱਦ ਕੇ ਗਾਂਹ ਹੋਇਆ। ਫਿਰ ਉਹ ਪੈਸਾ ਜਿਹਨੂੰ ਇਹ ਵਿਚੋਲੀਏ ਦੱਸ ਰਹੇ ਨੇ, ਆੜਤੀ ਸਾਡਾ ਇੱਕ ATM ਸਾਡੇ ਦੁੱਖ ਸੁੱਖ 'ਚ ਕੰਮ ਆਉਂਦਾ ਹੈ। ਫਿਰ ਸਭ ਤੋਂ ਪਹਿਲਾਂ ਇਹ ਆ ਕਿ ਜਦੋਂ ਅਸੀਂ ਅਨਾਜ ਮੰਡੀ 'ਚ ਲੈ ਕੇ ਜਾਂਦੇ ਆ, ਕਣਕ ਲੈ ਕੇ, ਝੋਨਾ ਲੈ ਕੇ, ਕੋਈ ਵੀ ਚੀਜ਼ ਲੈ ਕੇ, ਉਹਨੇ ਟਰਾਲੀ ਤੋਂ ਖਾਲੀ ਕਰਾਉਣੀ ਆ, ਉਹਨੇ ਉਹਦੀ ਸਫਾਈ ਕਰਾਉਣੀ ਆ, ਖਰੀਦਦਾਰ ਨੂੰ ਲਿਆਉਣਾ, ਉਹ ਵਿਕਾਉਣਾ। ਫਿਰ ਉਹ ਜਿਹੜੇ ਪੈਸੇ ਨੇ ਆੜਤੀ ਕੋਲ ਆਉਣੇ ਆ। ਆੜਤੀ ਨੂੰ ਪਤਾ ਨਹੀਂ ਅੱਗੋਂ ਪੈਸੇ ਮਿਲਦੇ ਆ ਕਿ ਨਹੀਂ ਮਿਲਣੇ, ਪਰ ਅਸੀਂ ਆੜਤੀ ਕੋਲ ਪੈਸੇ ਲੈ ਆਉਣੇ। ਇਹ ਕਿੱਡੀ ਵੱਡੀ ਗੱਲ ਹੈ, ਉਹਨਾਂ ਨੂੰ ਇਹ ਵਿਚੋਲੀਆ ਦੱਸ ਰਿਹਾ। ਬਟ ਇਹ ਵੀ ਕਿਹਾ ਜਾਂਦਾ ਕਿਉਂਕਿ ਜਿਹੜੀ ਹੈ ਅਜੇ ਤੱਕ ਜਿਹੜੀ ਪਿਛਲੀ ਪਾਲਿਸੀ ਚੱਲੀ ਆ ਰਹੀ ਹੈ ਇਹਦੇ ਨਾਲ ਕਿਸਾਨ ਨੇ ਜਿਹੜਾ ਸੁਸਾਈਡ ਹੈਗਾ ਉਹ ਤੇ ਨਹੀਂ ਰੁਕ ਰਿਹਾ। ਇਹ ਤਾਂ ਐਸਡੀ ਰਿਫਾਰਮ ਵਾਸਤੇ ਬਿਲਕੁਲ ਬਹੁਤ ਬੜਾ ਸਵਾਲ ਤੁਸੀਂ ਕੀਤਾ ਹੈ। ਇਹ ਪੁਆਇੰਟ ਤੁਹਾਡਾ ਬੜਾ ਅਹਿਮ ਹੈ। ਸੁਸਾਈਡ ਤਾਂ ਪਹਿਲਾਂ ਹੋ ਰਹੇ ਨੇ, ਇਹ ਕਾਨੂੰਨ ਤਾਂ ਅਜੇ ਲਾਗੂ ਵੀ ਨਹੀਂ ਹੋਏ, ਅਜੇ ਹੋ ਰਹੇ ਨੇ। ਆ ਹੁਣ ਇਹਨਾਂ ਨੇ ਪਾਸ ਕੀਤੇ ਨੇ ਤੇ ਇਹ ਤੇ ਅਸੀਂ ਆ ਗਏ ਆ। ਅਸੀਂ ਤਾਂ ਪਹਿਲਾਂ ਰੋ ਰਹੇ ਆ ਵੀ ਸਾਨੂੰ ਤਾਂ ਪਹਿਲਾਂ ਵੀ ਸਾਡੇ ਪੱਲੇ ਕੁਝ ਨਹੀਂ। ਅਸੀਂ ਕਹਿੰਦੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੋ, ਉਹ ਤਾਂ ਕੀਤੀ ਨਹੀਂ ਤੇ ਇਹਨਾਂ ਨੇ ਸਾਡੇ ਤੇ ਨਵਾਂ ਘੋੜਾ ਚਲਾਤਾ। ਇਸ ਕਰਕੇ ਇਹ ਸਾਡੀਆਂ ਹੁਣ ਜ਼ਮੀਨਾਂ ਜਿਹੜੀਆਂ ਨੇ ਉਹ ਵੀ ਸਾਡੀਆਂ ਖੋਣ ਜਾ ਰਹੇ ਨੇ। ਜ਼ਮੀਨ ਜਿਹੜੀ ਆ ਉਹ ਕਿਸਾਨ ਦੀ ਮਾਂ ਆ। ਤੇ ਪਹਿਲਾਂ ਆਮ ਲੋਕ ਜਿਹੜੇ ਸੀ ਉਹ ਕਹਿੰਦੇ ਸੀ ਜਿਹਨੇ ਜ਼ਮੀਨ ਵੇਚਤੀ ਉਹਨੇ ਆਪਣੀ ਮਾਂ ਵੇਚਤੀ। ਤੇ ਮਾਂ ਦੇ ਬਾਰੇ ਕੋਈ ਅਪ ਸ਼ਬਦ ਸੁਣ ਸਕਦਾ? ਕੋਈ ਨਹੀਂ ਸੁਣ ਸਕਦਾ। ਜਿਹੜੀਆਂ ਜ਼ਮੀਨਾਂ ਦੀਆਂ ਵੱਟਾਂ ਤੋਂ ਇੱਕ ਮਾਂ ਜਾਏ ਭਰਾ 2-2 ਇੰਚੀ ਤੋਂ ਭਰਾ ਦਾ ਭਰਾ ਕਤਲ ਕਰ ਦਿੰਦਾ ਹੈ, ਉਹ ਜ਼ਮੀਨਾਂ ਇਹ ਕਾਰਪੋਰੇਟ ਘਰਾਣੇ ਜਿਹੜੇ ਨੇ ਉਹ ਲੈ ਜਾਣ ਤੇ ਸਾਡੀ ਕਿਤੇ ਸੁਣਾਈ ਵੀ ਨਾ ਹੋਵੇ। ਤੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਵਿਰਾਸਤ ਵਿੱਚ ਜਿਹਨਾਂ ਨੂੰ ਇਹ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਸਾਨੂੰ ਮਿਲੀਆਂ ਵਿਰਾਸਤ 'ਚ, ਉਹ ਅਸੀਂ ਉਹ ਕਿੱਥੋਂ ਦੇਣੀਆਂ ਨੇ ਇਹਨਾਂ ਨੂੰ? ਇਸ ਕਰਕੇ ਪਿੱਛੇ ਭਰਾ ਨੂੰ ਮਾਰਿਆ ਕੋਈ ਚੰਗੀ ਗੱਲ ਤੇ ਨਹੀਂ, ਪਰ ਚਲੋ ਠੀਕ ਹੈ, ਮੈਂ ਤੁਹਾਡੀ ਗੱਲ ਮੈਂ ਇੱਕ ਮਿਸਾਲ ਦਿੱਤੀ ਆ, ਉਹ ਚੰਗੀ ਨਹੀਂ। ਮੇਰਾ ਕਹਿਣ ਤੋਂ ਭਾਵ ਆ ਕਿੱਡਾ ਵੱਡਾ ਰਿਸ਼ਤਾ ਹੈ। ਜੇ ਅਸੀਂ ਭਰਾ ਨੂੰ ਭਰਾ ਨਹੀਂ ਬਖਸ਼ਦੇ ਤੇ ਇਹਨਾਂ ਨੂੰ ਅਸੀਂ ਕਿਵੇਂ ਮੰਨ ਲਈਏ? ਮੇਰਾ ਕਹਿਣ ਦਾ ਮਤਲਬ ਇਹ ਹੈ। ਕੁਝ ਵਿਦਵਾਨਾਂ ਵੱਲੋਂ ਇਹ ਵੀ ਕਿਹਾ ਗਿਆ, ਸੋਸ਼ਲ ਮੀਡੀਆ ਤੇ ਵੀ ਇਹ ਗੱਲ ਚੱਲਦੀ ਹੈ ਕਿ ਜਿਵੇਂ ਟਰਾਂਸਪੋਰਟ ਸੈਕਟਰ ਹੈਗਾ, ਹੈਲਥ ਸੈਕਟਰ ਹੈਗਾ, ਇਹਦੇ ਵਿੱਚ ਵੀ ਗਵਰਨਮੈਂਟ ਤੇ ਪ੍ਰਾਈਵੇਟ ਪੈਰਲਲ ਦੇ ਵਿੱਚ ਚੱਲਦੇ ਨੇ। ਦੋਨੋਂ ਸੈਕਟਰ ਦੇ ਵਿੱਚ ਪੈਰਲਲ ਚੱਲਦੇ ਨੇ, ਗਵਰਨਮੈਂਟ ਸੈਕਟਰ ਵੀ ਚੱਲਦਾ, ਪ੍ਰਾਈਵੇਟ ਸੈਕਟਰ ਵੀ ਚੱਲਦਾ। ਜੇ ਇਹ ਚੀਜ਼ ਨੂੰ ਐਗਰੀਕਲਚਰ ਦੇ ਵਿੱਚ ਇੰਪਲੀਮੈਂਟ ਕੀਤਾ ਜਾਵੇ ਤਾਂ ਕੀ ਪ੍ਰੋਬਲਮ ਆਉਂਦੀ? ਉਹ ਵੀ ਤਾਂ ਚੱਲ ਹੀ ਰਿਹਾ। ਕਿਹੜਾ ਚੱਲ ਰਿਹਾ? ਰੋਡਵੇਜ ਆਇਆ? ਇੱਕ ਮਿੰਟ ਮੇਰੀ ਗੱਲ ਸੁਣ, ਚੱਲਦੇ ਰਹੇ ਨੇ ਨਾ। ਕਿੱਥੇ ਚੱਲ ਰਹੇ ਨੇ? ਦੇਖੋ ਨਹੀਂ ਖਾਲਸਾ ਜੀ, ਇਸ ਤਰ੍ਹਾਂ ਚੱਲ ਰਹੇ ਨੇ, ਕਿੰਨੇ ਚੱਲ ਰਹੇ ਨੇ। ਅੱਜ ਪੰਜਾਬ ਰੋਡਵੇਜ਼ ਦੀਆਂ ਬੱਸਾਂ ਕਿੰਨੀਆਂ ਨੇ?
ਉਹ ਕਿੰਨੇ ਪ੍ਰੋਫਿਟ 'ਚ ਨੇ ਤੇ ਪ੍ਰਾਈਵੇਟ ਇੱਕ ਬੱਸਾਂ ਲੈਂਦਾ ਹੈ। ਆ ਤੁਸੀਂ ਦੱਸੋ ਵੀ ਸੁਖਬੀਰ ਬਾਦਲ ਦੀਆਂ ਕਿੰਨੀਆਂ ਬੱਸਾਂ ਨੇ, ਇੱਕ ਉਹ ਪਹਿਲਾਂ ਕਿੰਨੀਆਂ ਸੀ? ਉਹ ਤਾਂ ਕਰਪਸ਼ਨ ਹੋਈ ਨਾ। ਨਹੀਂ, ਕਦੀ ਕਰਪਸ਼ਨ ਨਹੀਂ, ਤੇ ਉਹ ਕਰਪਸ਼ਨ ਹੀ ਤਾਂ ਇਹ ਜਿਹੜੀ ਸਰਕਾਰੀ ਅਦਾਰਿਆਂ ਨੂੰ ਖਤਮ ਕਰ ਰਹੀ ਆ। ਸਰਕਾਰੀ ਅਦਾਰੇ ਜਿਹੜੇ ਨੇ ਉਹ ਖਤਮ ਹੋ ਰਹੇ ਨੇ। ਅੱਜ ਜਿੰਨੇ ਵੀ ਸਰਕਾਰੀ ਅਦਾਰੇ ਉਹ ਕਿੱਧਰ ਨੂੰ ਜਾ ਰਹੇ ਨੇ? ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ, ਜਿਹੜੀਆਂ ਹੁਣ ਸ਼ੂਗਰ ਮਿਲਾਂ ਨੇ, ਜਿਹੜੀਆਂ ਪ੍ਰਾਈਵੇਟ ਸ਼ੂਗਰ ਮਿਲਾਂ ਨੇ, ਉਹ ਅੱਜ ਕਿੰਨੇ ਪ੍ਰੋਫਿਟ ਵਿੱਚ ਨੇ, ਤੇ ਜਿਹੜੀਆਂ ਕੋਆਪਰੇਟਿਵ ਮਿਲਾਂ ਨੇ ਉਹ ਕਿੰਨੇ ਘਾਟੇ ਵਿੱਚ ਜਾ ਰਹੀਆਂ ਨੇ। ਇਹ ਸਾਰਾ ਕੁਝ ਕਿਉਂ ਹੈ? ਕਿਉਂਕਿ ਸਰਕਾਰੀ ਦਾ ਕੋਈ ਸਾਈ ਕਸਮ ਨਹੀਂ, ਉਹ ਸਰਕਾਰੀ ਵੱਲ ਕਿਸੇ ਦਾ ਧਿਆਨ ਹੀ ਨਹੀਂ। ਜੋ ਕੁਛ ਪ੍ਰਾਈਵੇਟ ਵੱਲ ਹੈ, ਪ੍ਰਾਈਵੇਟ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਜਿਹਦੀ ਮੈਂ ਤੁਹਾਨੂੰ ਇੱਕ ਮਿਸਾਲ ਦੇਣੀ ਚਾਹੁੰਦਾ, ਮੈਂ ਗੰਨੇ ਦੇ ਸੰਬੰਧ ਵਿੱਚ ਕੇਸ ਕੀਤਾ 2014 ਤੋਂ ਲੈ ਕੇ 15 ਤੋਂ ਲੈ ਕੇ 11-12 ਤੋਂ ਮੈਂ ਚੱਲਦਾ ਆ ਰਿਹਾ। 26/9/17 ਨੂੰ ਹਾਈ ਕੋਰਟ ਨੇ 3 ਸਾਲਾਂ ਦੇ ਸੀਜ਼ਨ, 3 ਸੀਜ਼ਨਾਂ ਦੇ ਗੰਨੇ ਦਾ 3 ਕੇਸ ਕਲੱਬ ਕਰਤੇ, ਔਰ 26/9/17 ਨੂੰ ਆਰਡਰ ਜਿਹੜਾ ਸੀ ਉਹ ਡਾਇਰੈਕਸ਼ਨ ਦਿੱਤੀ ਸਰਕਾਰ ਨੂੰ ਵੀ ਦੱਸੋ ਜਿਹੜੀਆਂ ਇਹ ਮਿੱਲਾਂ ਨੇ ਰੂਲ ਦੇ ਮੁਤਾਬਕ ਹੈ ਕਿ ਜਿਹੜਾ ਗੰਨਾ ਸੀ ਅੱਜ ਜਾ ਕੇ ਤੁਲਾਤਾ ਮਿਲ 'ਚ, ਉਹ 14 ਦਿਨ ਦੇ ਅੰਦਰ ਅੰਦਰ ਸਾਨੂੰ ਪੇਮੈਂਟ ਹੋਣੀ ਆ। ਜੇਕਰ 14 ਦਿਨ ਤੋਂ ਲੇਟ ਹੋ ਗਏ ਆ ਤੇ ਸਾਨੂੰ 15ਵੇਂ ਦਿਨ ਉਹਨਾਂ ਨੂੰ ਕੋਈ ਛੋਟ ਨਹੀਂ, 15% ਵਿਆਜ ਮਿਲਣਾ ਹੈ। ਉਹ ਸਾਨੂੰ ਜਦੋਂ ਪੈਸੇ ਜਿਹੜੇ ਸੀ 4-4 5-500 ਕਰੋੜ 700 ਕਰੋੜ ਹਰ ਸਾਲ ਜਿਹੜਾ ਸਾਡਾ ਮਿਲਾਂ ਨਾਲ ਬਕਾਇਆ ਰਹਿ ਜਾਂਦਾ ਤੇ ਉਹ ਸਾਨੂੰ ਪੈਸਾ ਨਹੀਂ ਮਿਲਦਾ, ਤੇ ਉਹਦੇ ਸੰਬੰਧ 'ਚ ਮੇਰੇ ਵੱਲੋਂ ਕੋਰਟ 'ਚ ਕੇਸ ਕੀਤੇ ਗਏ। ਮੈਂ 11 ਤੋਂ ਕੋਰਟ ਦੀ ਇਹ ਜਿਹੜੀ ਆ ਕਾਨੂੰਨੀ ਲੜਾਈ ਲੜਦਾ ਆ ਰਿਹਾ। 26/9/17 ਨੂੰ ਕੋਰਟ ਨੇ ਆਰਡਰ ਡਾਇਰੈਕਸ਼ਨ ਦਿੱਤੀ ਕਿ ਇਹ ਜਿਹੜਾ ਗੰਨੇ ਦਾ ਬਕਾਇਆ ਹੈ, ਜਿਹੜਾ 14 ਦਿਨ ਤੋਂ ਤੁਸੀਂ ਲੇਟ ਪੈਸਾ ਦਿੱਤਾ ਹੈ, ਉਹ ਦੱਸੋ ਉੱਤੇ ਵਿਆਜ ਕਿੰਨਾ ਬਣਦਾ। ਜਿਹੜੀਆਂ ਸਰਕਾਰੀ ਮਿੱਲਾਂ ਨੇ ਉਹਨਾਂ ਵੱਲ ਬਣਿਆ 45 ਕਰੋੜ, ਤੇ ਜਿਹੜੀਆਂ ਪ੍ਰਾਈਵੇਟ ਮਿੱਲਾਂ ਨੇ ਉਹਨਾਂ ਨੇ ਅਜੇ ਤੱਕ ਰਿਪੋਰਟ ਹੀ ਨਹੀਂ ਦਿੱਤੀ। ਉਹਨਾਂ ਤੇ ਕੋਈ ਕਿਸੇ ਕਿਸਮ ਦਾ ਉਹਨਾਂ ਤੇ ਕੋਈ ਸਕੰਜਾ ਨਹੀਂ ਕੱਸਿਆ ਗਿਆ, ਜਦੋਂ ਕਿ ਪ੍ਰਾਈਵੇਟ ਮਿੱਲਾਂ 70% ਗੰਨਾ ਪੀੜਦੀਆਂ ਨੇ, ਜਿਹੜੀਆਂ ਸਹਿਕਾਰੀ ਮਿੱਲਾਂ ਨੇ ਉਹ 30% ਗੰਨਾ ਪੀੜਦੀਆਂ ਨੇ। ਤੇ ਫਿਰ ਇਹ ਦੱਸੋ ਵੀ ਜਿਹੜੀਆਂ ਪ੍ਰਾਈਵੇਟ ਮਿੱਲਾਂ ਨੇ ਉਹਨਾਂ ਨੇ ਅਜੇ ਤੱਕ ਰਿਪੋਰਟ ਕਿਉਂ ਨਹੀਂ ਦਿੱਤੀ? ਇਹ ਗੱਲ ਜਿਹੜੀ ਸਾਡੀ ਮੁੱਖ ਮੰਤਰੀ ਨਾਲ ਹੋਈ ਉਹਦੇ ਨਾਲ ਵੀ ਇਹ ਗੱਲ ਸੀ, ਮੇਰੇ ਵੱਲੋਂ ਸਾਰੀ ਗੱਲ ਦੱਸੀ ਗਈ। ਸੋ ਪ੍ਰਾਈਵੇਟ ਮਿੱਲਾਂ ਜਿਹੜੀਆਂ, ਪ੍ਰਾਈਵੇਟ ਅਦਾਰੇ ਜਿਹੜੇ ਨੇ ਉਹ ਦਿਨ ਪ੍ਰਤੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੇ ਨੇ। ਸਰਕਾਰੀ ਅਦਾਰੇ ਜਿਹੜੇ ਨੇ ਉਹ ਖਤਮ ਹੋ ਰਹੇ ਨੇ। ਇਸ ਕਰਕੇ ਇਹ ਪ੍ਰਾਈਵੇਟ ਜਿਹੜੇ ਇੱਕ ਹੈਗਾ ਤੁਹਾਡੇ ਇਹ ਐਗਰੀਕਲਚਰ ਜਿਹੜਾ, ਇਹ ਵੀ ਸਾਰਾ ਸਿਸਟਮ ਖਤਮ ਹੋ ਜਾਏਗਾ। ਕਿੰਨਾ ਚਿਰ ਚੱਲੇਗਾ ਇਹ ਖੁਦ ਉਹ ਵੀ ਮੰਨਦੇ ਨੇ ਵੀ ਸਾਲ 2 ਸਾਲ ਖਤਮ ਹੋ ਜਾਣਾ। 2018 ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ, ਯੂਨੀਅਨਾਂ ਵੱਲੋਂ ਇੱਕ ਪ੍ਰਾਈਵੇਟ ਬਿੱਲ ਇੰਟਰੋਡਿਊਸ ਕੀਤਾ ਗਿਆ ਸੀਗਾ, ਕਿ ਉਸ ਬਾਰੇ ਵੀ ਕੋਈ ਗੱਲ ਹੋਈ? 2018 ਦੇ ਵਿੱਚ ਕਿਸਾਨ ਯੂਨੀਅਨਾਂ ਵੱਲੋਂ ਇੱਕ ਪ੍ਰਾਈਵੇਟ ਬਿੱਲ ਪਾਰਲੀਮੈਂਟ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ, ਜਿਹਦੇ ਉੱਤੇ ਅਜੇ ਤੱਕ ਡਿਸਕਸ਼ਨ ਤੋਂ ਬਾਅਦ ਉਹਦੇ ਉੱਤੇ ਕੋਈ ਕੰਮ ਨਹੀਂ ਕੀਤਾ ਗਿਆ। ਕਿ ਉਹਦੇ ਉੱਤੇ ਵੀ ਕੋਈ ਗੱਲ ਹੋਈ ਸੀ ਜਾਂ ਉਹ ਵੀ ਕੋਈ ਏਜੰਡੇ ਦੇ ਵਿੱਚ ਹੈਗਾ? ਦੇਖੋ, ਅਜੇ ਸਾਡੇ ਸਾਹਮਣੇ ਆ 3 ਕਰੋੜ ਅਸੀਂ ਅਜੇ ਉਹ ਵਿੱਚ ਬਿਲਕੁਲ ਕਿਸਾਨੀਆਂ ਨੂੰ ਦਿੱਤੇ, ਪਰ ਅਸੀਂ ਬਿਲਕੁਲ ਠੀਕ, ਤੁਸੀਂ ਬਿਲਕੁਲ ਠੀਕ ਕਿਹਾ। ਲੇਕਿਨ ਜਿਹੜਾ ਸਾਡਾ ਅਜੇ ਮੁੱਖ ਜਿਹੜਾ ਏਜੰਡਾ ਨਾ ਅਜੇ ਸਿਰਫ ਇਹ ਆ ਵੀ ਜਿਹੜੀਆਂ ਹੈਗੀਆਂ ਨੇ 3 ਕਾਨੂੰਨ ਨੇ ਜਿਹੜੇ ਖੇਤੀ ਵਿਰੋਧੀ ਜਿਹੜੇ ਲਿਆਂਦੇ ਨੇ, 3 ਇਹ ਨੇ। ਚੌਥਾ ਜਿਹੜਾ ਉਹ ਬਿਜਲੀ ਸੋਧ ਬਿੱਲ ਦਾ, 5ਵਾਂ ਜਿਹੜਾ ਆ ਪ੍ਰਦੂਸ਼ਣ ਤੇ ਲਿਆਂਦਾ ਇਹ ਹੈ, ਦੂਸਰੀ ਜਿਹੜਾ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਹੈ। ਇਸ ਤਰ੍ਹਾਂ ਕਰਕੇ ਹੋ ਰਿਹਾ ਹੈ ਨਾ, ਉਸ ਤਰ੍ਹਾਂ ਤੇ ਬਹੁਤ ਕੁਛ ਹੈ, ਪਰ ਜੇ ਅਸੀਂ ਇਸ ਪਾਸੇ ਨੂੰ ਚੱਲ ਗਏ ਤਾਂ ਲੰਬੀ ਲਿਸਟ ਹੋ ਜਾਏਗੀ। ਅਸੀਂ ਚਾਹੁੰਦੇ ਪਹਿਲਾਂ ਇੱਕ ਵਾਰ ਕਰਾ ਲਈਏ, ਤੇ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੈਨੂੰ ਖਦਸ਼ਾ ਹੈ ਉਹ ਸਭ ਤੋਂ ਖਤਰਨਾਕ ਜਿਹੜਾ ਖਦਸ਼ਾ ਸਰਕਾਰ ਦੀ ਬਦ ਨੀਤੀ ਤੇ ਜੋ ਸ਼ੱਕ ਹੈ, ਆਪਣੀ ਉਮਰ ਦੇ ਅਨੁਭਵ ਤੇ ਸਰਕਾਰ ਦੀ ਬਦ ਨੀਤੀ ਕਿ ਇੰਨੀ ਪਬਲਿਕ ਇਕੱਠੀ ਕਰਕੇ ਉਹਨਾਂ ਨਾਲ ਗੱਲ ਕਰਕੇ ਕਿਸੇ ਸਿੱਟੇ ਤੇ ਨਾ ਕਰਨੀ। ਸਾਨੂੰ ਉਹਨਾਂ 'ਤੇ ਸ਼ੱਕ ਹੈ ਕਿ ਇਹ ਜਿਹੜਾ ਇਹ ਸੰਘਰਸ਼ ਹੈ ਇਹਨੂੰ ਤਾਰਪੀਡੋ ਕਰਨ ਵਾਸਤੇ ਆਪਣੇ ਜਿਹੜੇ ਉਹਨਾਂ ਦੇ ਸ਼ਰਾਰਤੀ ਅਨਸਰ ਨੇ ਉਹਨਾਂ ਰਾਹੀਂ ਕੋਈ ਵੀ ਸ਼ਰਾਰਤ ਕਰਾ ਕੇ ਤੇ ਇਹ ਸਾਡੇ ਇਸ ਐਜੀਟੇਸ਼ਨ ਨੂੰ ਤਾਰਪੀਡੋ ਕਰ ਸਕਦੇ ਆ, ਲੋਕਾਂ ਦਾ ਨੁਕਸਾਨ ਵੀ ਕਰਾ ਸਕਦੇ ਆ। ਪਰ ਇਹ ਗੱਲ ਅਸੀਂ ਉਹਨਾਂ ਨੂੰ ਠੋਕ ਵਜਾ ਕੇ ਅੱਜ ਕਹਿਤੀ ਆ ਵੀ ਜੇ ਕਿਸੇ ਕਿਸਮ ਦੀ ਤੁਸੀਂ ਇਹ ਹਰਕਤ ਕੀਤੀ ਤੇ ਇਹਦੇ ਨਤੀਜੇ ਬਹੁਤ ਮਾੜੇ ਤੁਹਾਨੂੰ ਭੁਗਤਣੇ ਪੈਣਗੇ। ਅਸੀਂ ਲੋਕ ਪਿੱਛੇ ਨਹੀਂ ਜਾਵਾਂਗੇ, ਤੁਸੀਂ ਸਾਨੂੰ ਗੋਲੀਆਂ ਨਾਲ ਤਾਂ ਮਾਰ ਸਕਦੇ ਹੋ, ਪਿੱਛੇ ਨਹੀਂ ਜਾਵਾਂਗਾ। ਪਰ ਤੁਹਾਡੇ ਚੈਨਲ ਦੇ ਰਾਹੀਂ ਇੱਕ ਮੈਂ ਆਪਣੇ ਨੌਜਵਾਨ ਬੱਚਿਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਸਾਡਾ ਆਉਣ ਵਾਲਾ ਭਵਿੱਖ, ਸਾਡਾ ਸਰਮਾਇਆ, ਅਸੀਂ 80 ਸਾਲ ਦੀ ਉਮਰ ਭੋਗ ਚੁੱਕੇ ਹਾਂ, ਅਸੀਂ ਹੋਰ ਕਿੰਨਾ ਚਿਰ ਜੀਉ ਲੈਣਾ। ਇੱਕੋ ਸਾਡੀ ਬੇਨਤੀ ਹੈ ਕਿ ਅਸੀਂ ਅੱਗੇ ਹੋ ਕੇ ਤੁਹਾਡੇ ਚੱਲਣਾ ਹੈ, ਤੁਸੀਂ ਸਾਡੇ ਪਿੱਛੇ ਰਹਿਣਾ, ਤੁਸੀਂ ਸਾਡਾ ਭਵਿੱਖ
ਜਿਸ ਤਰ੍ਹਾਂ ਤੁਹਾਨੂੰ ਵਿਰਾਸਤ ਵਿੱਚ ਅਸੀਂ ਸਭ ਕੁਝ ਦੇਣਾ ਉਹ ਸੰਭਾਲਣਾ ਹੈ, ਇਸੇ ਤਰ੍ਹਾਂ ਤੁਸੀਂ ਹੁਣ ਸਾਡੇ ਪਿੱਛੇ ਰਹਿਣਾ ਹੈ। ਅਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਕੋਈ ਨੁਕਸਾਨ ਹੋਵੇ। ਜੇ ਸਾਡੇ ਹੁੰਦਿਆਂ ਤੁਹਾਡਾ ਨੁਕਸਾਨ ਹੋਵੇਗਾ ਤੇ ਫਿਰ ਸਾਡੇ ਵਾਸਤੇ ਵੀ ਲਾਹਨਤ ਹੈ। ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਵੱਲੋਂ ਕਾਫੀ ਇਸ ਪ੍ਰੋਟੈਸਟ ਨੂੰ ਸਪੋਰਟ ਮਿਲ ਰਿਹਾ ਤੇ ਟਰੂਡੋ ਸਾਹਿਬ ਨੇ ਵੀ ਇਸਦੀ ਕਾਫੀ ਡਿਫੈਂਡ ਕੀਤਾ ਹੈ ਪ੍ਰੋਟੈਸਟਰਸ ਨੂੰ, ਜਿਹੜਾ ਪ੍ਰੋਟੈਸਟ ਕਰ ਰਹੇ ਨੇ ਤੇ ਸਪੋਰਟ ਕੀਤਾ ਹੈ ਇਸ ਪ੍ਰੋਟੈਸਟ ਨੂੰ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਇੰਟਰਨੈਸ਼ਨਲੀ ਉਹਨਾਂ ਗੱਲ ਪਹੁੰਚੀ ਹੈ? ਦੇਖੋ ਅੱਜ ਵੱਖ-ਵੱਖ ਆਰਗੇਨਾਈਜੇਸ਼ਨ ਰਾਜਨੀਤਿਕ ਪਾਰਟੀ ਇੱਥੋਂ ਤੱਕ ਆ ਬੀਜੇਪੀ ਵਾਲੇ ਜਿਹੜੇ ਨੇ ਉਹ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਆ ਰਹੇ। ਉਹ ਜਿਹੜੇ ਉਹਨਾਂ ਦਾ ਜਿਹੜਾ ਹੈਗਾ ਕਿਸਾਨ ਵਿੰਗ ਆ ਜਿਹੜਾ ਉਹ ਰਿਜ਼ਾਈਨ ਕਰਕੇ ਤੇ ਆ ਰਹੇ ਨੇ। ਉਹਨਾਂ ਨੇ ਲਿਖ ਦਿੱਤਾ, ਉਹਨਾਂ ਨੂੰ ਚਿੱਠੀਆਂ ਲਿਖਤੀਆਂ ਨੇ ਵੀ ਇਹ ਜਿਹੜੇ ਕਾਨੂੰਨ ਤੁਸੀਂ ਬਣਾਏ ਨੇ ਇਹ ਕਿਸਾਨ ਵਿਰੋਧੀ ਨੇ। ਸੋ ਇਸ ਟਾਈਮ ਤੇ ਪੂਰੇ ਸੰਸਾਰ ਦੇ ਲੋਕ ਜਿਹੜੇ ਨੇ ਉਹ ਸਾਡੀ ਪਿੱਠ ਪਿੱਛੇ ਨੇ। ਸਭ ਤੋਂ ਖੁਸ਼ੀ ਦੀ ਗੱਲ ਕਿ ਸਾਡੇ ਜਿਹੜੇ ਬੱਚੇ ਨੇ, ਤੇ ਮੈਂ ਫਿਰ ਇਹ ਗੱਲ ਕਹਾਂਗਾ, ਜਿੰਨੇ ਵੀ ਸਾਡੇ ਨੌਜਵਾਨ ਬੱਚੇ ਨੇ, ਚਾਹੇ ਗਾਇਕ ਨੇ, ਚਾਹੇ ਰਾਗੀ ਨੇ, ਢਾਡੀ ਨੇ, ਕੀਰਤਨੀਏ ਨੇ, ਉਹ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਸਾਡੀ ਰੋਜ਼ ਮੀਟਿੰਗ ਦੇ ਵਿੱਚ ਲੰਬੀ ਮੀਟਿੰਗ ਸਾਡੀ ਚੱਲ ਜਾਂਦੀ ਆ, ਉਹ 'ਚ ਚਰਚਾ ਵੀ ਇਹ ਹੁੰਦੀ ਆ। ਅਸੀਂ ਬੜੇ ਚਿੰਤਤ ਹਾਂ ਤੇ ਬੱਚਿਆਂ ਨੂੰ ਇੱਕੋ ਗੱਲ ਕਹਿੰਦੇ ਆ ਕਿ ਅਸੀਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ, ਪਰ ਸਾਡੀਆਂ ਮਜਬੂਰੀਆਂ ਬਾਰੇ। ਕੁਝ ਇੱਦਾਂ ਦੇ ਜਕਾਰੇ ਵੀ ਲੱਗ ਰਹੇ ਨੇ, ਕੁਝ ਇੱਦਾਂ ਦੇ ਨਾਅਰੇ ਵੀ ਲੱਗ ਰਹੇ ਨੇ ਜਿਹਦੇ ਕਰਕੇ ਨੈਸ਼ਨਲ ਮੀਡੀਆ ਦੇ ਵਿੱਚ ਮਿਸ ਰਿਪਰੈਜ਼ੈਂਟੇਸ਼ਨ ਹੋ ਰਿਹਾ ਹੈ ਇਸ ਪ੍ਰੋਟੈਸਟ ਦਾ। ਉਸ ਚੀਜ਼ ਨੂੰ ਬਚਾਉਣ ਲਈ, ਪ੍ਰੀਵੈਂਟ ਕਰਨ ਲਈ ਕੀ ਕੀਤਾ ਜਾ ਰਿਹਾ ਹੈ ਤੁਹਾਡੀ? ਦੇਖੋ ਜਿਹੜਾ ਸੈੱਲ ਬਣਾਇਆ ਗਿਆ ਜਿਹੜੀ ਕਿ ਕੋਈ ਲੋਕੀ ਗੱਲ ਕਰਨ ਮੀਡੀਆ, ਕਿਉਂਕਿ ਪੋਜ਼ਿਟਿਵ ਗੱਲਾਂ ਘੱਟ ਜਾਂਦੀਆਂ ਨੇ ਗੋਦੀ ਮੀਡੀਆ ਕੋਲ, ਨੈਗੇਟਿਵ ਗੱਲਾਂ ਜ਼ਿਆਦਾ ਜਾਂਦੀਆਂ। ਅਸੀਂ ਇਹ ਗੱਲ ਰੱਖ ਚੁੱਕੇ ਹਾਂ ਪ੍ਰੈਸ ਮੀਟਿੰਗਾਂ ਦੇ ਵਿੱਚ ਵੀ ਸਾਡਾ ਬਿਆਨ ਉਹੀ ਮੰਨਿਆ ਜਾਵੇ ਜਿਹੜਾ ਅਸੀਂ ਪ੍ਰੈਸ ਮੀਟਿੰਗ 'ਚ ਦੇਣਾ। ਜਿਸ ਤਰ੍ਹਾਂ ਹੁਣ ਮੈਂ ਵੀ ਬੋਲ ਰਿਹਾ, ਇਹਦੇ ਵਿੱਚ ਵੀ ਅਸੀਂ ਜਿਹੜਾ ਉੱਥੇ ਆਪਣੇ ਇਹ ਗੱਲ ਕੀਤੀ ਹੋਈ ਆ ਕਿ ਇੰਡੀਵਿਜੂਅਲ ਤੌਰ ਦੇ ਉੱਤੇ ਕੋਈ ਵੀ ਆਦਮੀ ਕੋਈ ਸਟੇਟਮੈਂਟ ਦੇ ਰਿਹਾ ਤੇ ਉਹਦਾ ਜ਼ਿੰਮੇਵਾਰ ਉਹ ਆ। ਸਾਡੀ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਪੰਜਾਬ ਵਾਲੀਆਂ ਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਪ੍ਰੈਸ ਮੀਟਿੰਗ ਦੇ ਵਿੱਚ ਜਿਹੜੀ ਸਟੇਟਮੈਂਟ ਦੇ ਰਿਹਾ ਉਹਦੀ ਜ਼ਿੰਮੇਵਾਰੀ ਸਾਡੀ ਆ। ਸਾਰੇ ਹੈਗੇ ਨੇ ਨਾਰੇ ਜਿਵੇਂ ਖਾਲਿਸਤਾਨ ਦੇ ਨਾਰੇ, ਕੁਝ ਇਹ ਉਹ ਪੂਰਾ ਇਸ ਪ੍ਰੋਟੈਸਟ ਨੂੰ ਡਾਇਵਰਟ ਕਰ ਦਿੰਦੇ, ਜਿਹਦੇ ਕਰਕੇ ਜਿਹੜੀ ਇਮੇਜ ਜਾਂਦੀ ਉਹ ਗਲਤ ਜਾਂਦੀ ਹੈ। ਇਸ ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਕੋਈ ਹੁੱਲੜਬਾਜ਼ ਨੇ ਉਹਨਾਂ ਨੇ ਤੇ ਆਪਣਾ ਕੰਮ ਕਰਕੇ ਚਲੇ ਜਾਣਾ ਹੈ? ਅਸੀਂ ਇਹ ਸਮਝਦੇ ਹਾਂ ਕਿ ਸਾਡੇ ਇਸ ਸੰਘਰਸ਼ ਨੂੰ ਤਾਰ-ਪੀੜੋ ਕਰਨ ਵਾਸਤੇ ਤਰ੍ਹਾਂ ਦੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਰਚੀਆਂ ਜਾ ਰਹੀਆਂ। ਅਸੀਂ ਉਹਨਾਂ ਨੂੰ ਇੱਕੋ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਤਰਸ ਖਾਓ ਇਸ ਕਿਸਾਨੀ ਤੇ। ਜੇ ਕਿਸਾਨੀ ਬਚੀ ਰਹੇਗੀ ਤੇ ਇਹ ਲੋਕ ਰਹਿਣਗੇ, ਜੇ ਕਿਸਾਨੀ ਨਾ ਰਹੀ ਤੇ ਫਿਰ ਨਾ ਕਿਸਾਨ ਹੈ, ਨਾ ਮਜ਼ਦੂਰ ਹੈ, ਨਾ ਆੜ੍ਹਤੀ ਹੈ, ਨਾ ਕੋਈ ਟਰਾਂਸਪੋਰਟਰ ਹੈ ਤੇ ਨਾ ਹੀ ਕੋਈ ਵਪਾਰੀ ਵਰਗ, ਕਿਸੇ ਵੀ ਨਹੀਂ ਰਹਿਣਾ। ਇਹ ਛੋਟਾ ਜਿਹੜੇ ਮਾਲ ਨੇ ਇਹਨਾਂ ਦੇ ਰਾਜ, ਜਿਸ ਤਰ੍ਹਾਂ ਸਾਡੀਆਂ ਕਿਸਾਨਾਂ ਦੀਆਂ ਜ਼ਮੀਨਾਂ ਸਾਨੂੰ ਕੀਮਤਾਂ ਨਹੀਂ ਮਿਲਦੀਆਂ, ਸਾਨੂੰ ਜਿਨਸਾਂ ਦੇ ਰੇਟ ਨਹੀਂ ਮਿਲਣੇ, ਉਹ ਸਾਡੀਆਂ ਲੁੱਟੀਆਂ ਜਾਣੀਆਂ। ਉਹਦੇ ਨਾਲ ਜਿਹੜੇ ਖਪਤਕਾਰ ਨੇ ਉਹਨਾਂ ਦੀਆਂ ਜੇਬਾਂ ਤੇ ਵੀ ਡਾਕਾ ਪੈਣਾ। ਜਦੋਂ ਪਿਆਜ਼ ਉਹਨਾਂ ਨੇ 2 ਰੁਪਏ ਕਿਲੋ ਲੈ ਕੇ ਰੱਖ ਲਿਆ, 50 ਰੁਪਏ ਕਿਲੋ ਦੇਣਗੇ। ਆਲੂ ਉਹਨਾਂ ਨੇ ਰੁਪਈਏ ਕਿਲੋ ਲੈ ਕੇ ਮੁੜ ਕੇ ਕੀ ਰੇਟ ਦੇਣਾ ਹੈ? ਕਣਕ ਝੋਨੇ ਦੀ ਉਹਨਾਂ ਨੇ ਸਰਕਾਰੀ ਮੰਡੀਆਂ 'ਚ ਖਰੀਦ ਬੰਦ। ਜਦੋਂ ਕਣਕ ਝੋਨੇ ਜਿਹੜੇ ਨੇ ਉਹ ਖਰੀਦੇ ਹੀ ਨਾ ਸਰਕਾਰ ਨੇ, ਤੇ ਜਿਹੜੀ ਸਰਕਾਰ 2 ਰੁਪਏ ਕਿਲੋ ਕਣਕ ਦਿੰਦੀ ਹੈ ਉਹ ਕਿੱਥੋਂ ਦਊਗੀ? ਰੁਪਈਏ ਕਿਲੋ ਚਾਲ ਦਿੰਦੀ ਆ ਉਹ ਕਿੱਥੋਂ ਦਊ? ਸੋ ਸਾਡੀ ਬੇਨਤੀ ਹੈ ਕਿ ਅੱਜ ਸਾਨੂੰ ਇਹ ਜਿਹੜੀਆਂ ਸਾਜ਼ਿਸ਼ਾਂ ਇਸ ਤਰ੍ਹਾਂ ਦੀਆਂ ਹਨ ਉਹਨਾਂ ਤੋਂ ਬਚਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।